महला चौथा। खत्री ब्रह्मण सूद बैस को जापै हर मंत्र जपैनी। गुर सतगुर पार ब्रह्म कर पूजो नित सेवहो दिन सो सबरनी। हर जन देखो सतगुरु नैनी। जो इच्छा है सोई फल पावो हर बोलो गुरमत बैनी। रहा अनक उपाव चितविय है बहु तेरे। सा होवै जे बात होवनी। अपना भला सब कोई बाछै सो करे जे मेरे चित ना चितैनी। मन की मत त्यागो हर जन इहा बात कठनी। अन दिन हर हर नाम त्यावो गुर सतगुर की मत लैनी। मत सुमत तेरे बस स्वामी। हम जंत तू पुरख जतनी। जन नानक के प्रभ करते स्वामी। ज्यों पावै तिवै बोलनी। जन नानक के प्रभ करते स्वामी। ज्यों पावै तिवै बोलनी। चबर छतर तख दे मालक साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच सुशोभत गुरु प्यारिओ आप सब बड़ भागे हों तनता दे योग हों। आओ गुरफतेह दी सांझ पाइए। गुरबाणी सुनन अते समझण दे बल अपना मन चित जोड़िए। सब ने अपनी रसना नूं पवित्र करदियां होइयां इक्के बार कहण ते बोलना जी आखिओ वाहिगुरु जी का खालसा वाहिगुरु जी की फतेह। बिलावल राग दे विच चौथे पातशाह धन गुरु रामदास महाराज जी ने अज दा पावन शब्द साडी झोली दे विच पाया है। इस पावन शब्द दा जो रहाऊ वाला बंद है बिलावल महला चौथा वो है। हर जन देखो सतगुर नैनी। जो इच्छा सोई फल पावो हर बोलो गुरमत बैनी। रहाओ हुण गुरु पातशाह जी इस पावन शब्द विच ये कह रहे ने कहंदे हे भाई तू उस मालक परमेश्वर परमात्मा नूं अखां खोल के वेख्या कर। जिक्र कीता गा हर जन देखो सतगुर नैनी। नैनी तो भाव नैना दे नाल अखां दे नाल। हुण अखां खोल के वेखण तो भाव की है ये आपां मेरे मालक जी तो पुछना है। सच्चे पातशाह ये तां कोई साडे लिए इउं लगदा कोई बहुती वड्डी गल नहीं है भी तुसीं कहता अखां खोल के वेखो। ये तां कोई कहण दी गल भी असीं रोज़ ही अखां खोल के देखदे हां। ये जी तां गल नहीं है भी अखां मीच के असीं देखदे हां।
ਹੁਣ ਇਹਦਾ ਅਰਥ ਭਾਵ ਕੀ ਬਣ ਗਿਆ ਵੀ ਤੂੰ ਆਪਣੀ ਸੁਰਤ ਦੀ ਅੱਖ ਨੂੰ ਖੋਲ ਕੇ ਵੇਖ, ਅੱਖਾਂ ਖੋਲ ਕੇ ਨਜ਼ਰ ਮਾਰ। ਹੁਣ ਦੁਨਿਆਵੀ ਤਲ ਤੇ ਅੱਖਾਂ ਖੋਲ ਭਾਵੇਂ ਨਾ ਖੋਲ, ਉਹ ਤੇਰੀ ਆਪਣੀ ਮਰਜ਼ੀ ਆ, ਪਰ ਸੁਰਤ ਦੀ ਅੱਖ ਆ ਜਿਹੜੀ ਉਹ ਤੇਰੀ ਖੁੱਲੀ ਹੋਣੀ ਚਾਹੀਦੀ ਆ। ਇੱਥੇ ਸਾਨੂੰ ਇਹ ਮਹਿਸੂਸ ਹੁੰਦਾ ਵੀ ਜਿਹੜੀ ਸਾਡੀ ਅੰਦਰ ਦੀ ਅੱਖ ਆ ਨਾ, ਜਿਹਨੂੰ ਆਪਾਂ ਤੀਜਾ ਨੇਤਰ ਵੀ ਕਹਿ ਦਿੰਦੇ ਹਾਂ, ਉਹ ਬੰਦ ਹੋ ਚੁੱਕਿਆ। ਉਹ ਬੰਦ ਕਿਵੇਂ ਹੋ ਚੁੱਕਿਆ ਗਾ? ਕਿਉਂਕਿ ਸਾਨੂੰ ਕਿਸੇ ਵੀ ਕਾਰਜ ਦੇ ਵਿੱਚ ਕਾਰਜ ਦੀ ਸਫਲਤਾ ਵਾਸਤੇ ਪਰਖ ਨਹੀਂ ਹੈ। ਅੱਖਾਂ ਖੋਲ ਕੇ ਵੇਖਣ ਤੋਂ ਭਾਵ ਅਸੀਂ ਭਾਵੇਂ ਗੁਰੂ ਦੇ ਸਿੱਖ ਵਿਖਾਉਂਦੇ ਹਾਂ, ਪਰ ਸਾਨੂੰ ਉਹ ਗਿਆਨ ਮਤ ਪ੍ਰਾਪਤ ਨਹੀਂ ਹੋਈ ਜਿਸ ਮਤ ਨਾਲ ਗੁਰੂ ਸਾਨੂੰ ਕਹਿ ਦੇਵੇ ਵੀ ਤੇਰੀਆਂ ਅੱਖਾਂ ਖੁੱਲੀਆਂ ਨੇ। ਤੇ ਹੁਣ ਗੁਰੂ ਕਹਿ ਰਿਹਾ ਵੀ ਭਾਵੇਂ ਤੂੰ ਜਿੰਨਾ ਮਰਜ਼ੀ ਆਪਣੇ ਆਪ ਨੂੰ ਬਾਣੀ ਬਾਣੇ ਸੇਵਾ ਸਿਮਰਨ ਦੇ ਨਾਲ ਜੋੜੀ ਰੱਖ, ਪਰ ਤੇਰੀਆਂ ਅੱਖਾਂ ਉਹ ਬੰਦ ਨੇ। ਉਹ ਬੰਦ ਤੋਂ ਭਾਵ ਕੀ ਹੈ? ਸੁਰਤ ਦੀ ਅੱਖ ਬੰਦ ਹੈ। ਸਾਡੇ ਦਿਮਾਗ ਵਿੱਚ ਜਾਤ ਪਾਤ, ਊਚ ਨੀਚ, ਵੱਡਾ ਛੋਟਾ, ਇਹ ਮਤ ਅਜੇ ਤੱਕ ਨਿਕਲਿਆ ਨਹੀਂ। ਇੱਥੋਂ ਸਿੱਧ ਹੁੰਦਾ ਵੀ ਸੁਰਤ ਦੀ ਅੱਖ ਬੰਦ ਆ, ਦੁਨਿਆਵੀ ਅੱਖ ਖੁੱਲੀ ਆ। ਦੁਨਿਆਵੀ ਅੱਖ ਕੁਛ ਹੋਰ ਕਹਿ ਰਹੀ ਆ ਤੇ ਜਿਹੜੀ ਸੁਰਤ ਦੀ ਅੱਖ ਆ ਉਹ ਕੁਛ ਹੋਰ ਕਹਿ ਰਹੀ ਆ। ਇਉਂ ਕਹਿ ਲੋ ਵੀ ਸਾਡੇ ਸਰੀਰ ਦੇ ਇਹਨਾਂ ਅੱਖਾਂ ਦੀ ਆਪਸ ਵਿੱਚ ਮਾਤਾ ਜਿਹੜੀ ਵਿਚਾਰ ਨੇ ਉਹ ਨਹੀਂ ਮਿਲਦੇ। ਦੁਨਿਆਵੀ ਅੱਖ ਦਾ ਵਿਚਾਰ ਕੁਛ ਹੋਰ ਆ ਤੇ ਜਿਹੜੀ ਗਿਆਨ ਦੀ ਸੁਰਤ ਦੀ ਅੱਖ ਆ ਉਹਦਾ ਵਿਚਾਰ ਕੁਛ ਹੋਰ ਆ। ਤੇ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਵੀ ਲਿਖਿਆ ਗਾ, ਜ਼ਿਕਰ ਕੀ ਕੀਤਾ ਗਾ। ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਉਹ ਲੋਕ ਨਾ ਅੰਨੇ ਹੋਇਆ ਕਰਦੇ ਨੇ। ਕਿਹੜੇ? ਜਿਨ੍ਹਾਂ ਲੋਕਾਂ ਦੀ ਸੁਰਤ ਦੀ ਅੱਖ ਬੰਦ ਹੋ ਜਾਵੇ, ਉਹ ਨਹੀਂ ਅੰਨੇ ਹੁੰਦੇ। ਜਿਨ੍ਹਾਂ ਦੇ ਮੁਖ ਤੇ ਅੱਖਾਂ ਲੱਗੀਆਂ ਹੋਈਆਂ ਤੇ ਇਹਨਾਂ ਅੱਖਾਂ ਤੋਂ ਦਿਸਣੋਂ ਹਟ ਜਾਵੇ। ਹੁਣ ਪਾਤਸ਼ਾਹ ਨੇ ਜ਼ਿਕਰ ਕੀ ਕੀਤਾ ਗਾ, ਕਹਿੰਦੇ ਭਾਈ ਅਸਲ ਦੇ ਵਿੱਚ ਉਹ ਲੋਕ ਸੁਰਤ ਕਰਕੇ ਅੱਖਾਂ ਮੀਚ ਕੇ ਬੈਠ ਗਏ, ਅੰਨੇ ਹੋ ਕੇ ਬੈਠ ਗਏ। ਅੰਧੇ ਸਹੀ ਆਖੀਐ। ਪਾਤਸ਼ਾਹ ਜੀ ਕਹਿੰਦੇ ਜਿਨ ਮੁਖ ਲੋਇਣ ਨਾਹੀਂ, ਆ ਅੰਨੇ ਨਹੀਂ ਹਨ ਜਿਨ੍ਹਾਂ ਦੇ ਮੁਖ ਤੇ ਲੋਇਣ ਅੱਖਾਂ ਨਹੀਂ ਹਨ। ਅੰਧੇ ਸਹੀ ਨਾਨਕਾ ਜੇ ਖਸਮੋਂ ਭੁੱਥੇ ਜਾਹੇ। ਅਸਲ ਦੇ ਵਿੱਚ ਉਹ ਅੰਨੇ ਲੋਕ ਨੇ ਜਿਹੜੇ ਆਪਣੇ ਮਾਲਕ ਨਾਲੋਂ ਟੁੱਟੇ ਹੋਏ ਨੇ। ਮਾਲਕ ਨਾਲੋਂ ਟੁੱਟਣ ਤੋਂ ਭਾਵ ਕੀ ਹੈ? ਹੁਣ ਭਾਵ ਗੁਰੂ ਸਾਹਿਬ ਨੇ ਗੱਲ ਕਿੱਥੇ ਲੈ ਕੇ ਆਉਣੀ ਆ? ਸੁਰਤ ਦੀ ਅੱਖ ਸਾਡੀ ਕਿਵੇਂ ਬੰਦ ਹੋ ਚੁੱਕੀ ਆ, ਇਹਨੂੰ ਕਿਵੇਂ ਖੋਲਣਾ ਗਾ, ਇੱਥੇ ਲੈ ਕੇ ਆਉਣਾ। ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਮਾਲਕ ਨਾਲੋਂ ਟੁੱਟਣ ਦਾ ਮਤਲਬ ਇਹ ਹੁੰਦਾ ਗੁਰੂ ਦੀ ਗੱਲ, ਮਾਲਕ ਦੀ ਗੱਲ ਨਾ ਮੰਨਣੀ। ਦੁਨਿਆਵੀ ਤੌਰ ਤੇ ਤਾਂ ਆਪਾਂ ਸਾਰੇ ਕਹਿੰਦੇ ਵੀ ਅਸੀਂ ਗੁਰੂ ਨਾਲ, ਆਪਣੇ ਮਾਲਕ ਨਾਲ ਜੁੜੇ ਹਾਂ ਤੇ ਜੁੜੇ ਰਵਾਂਗੇ, ਕਦੇ ਵੀ ਟੁੱਟਾਂਗੇ ਨਹੀਂ। ਪਰ ਜਿਹੜੇ ਵਿਚਾਰ ਨੇ, ਮਤਭੇਦ ਨੇ, ਉਹ ਸਾਡੇ ਆਪਸ ਵਿੱਚ ਨਹੀਂ ਰਲਦੇ। ਜੋ ਗੁਰੂ ਕਹਿੰਦਾ ਉਵੇਂ ਸਾਡਾ ਸੁਭਾਅ ਅਜੇ ਤੱਕ ਨਹੀਂ ਬਣਿਆ। ਇਥੋਂ ਸਿੱਧ ਕੀ ਹੁੰਦਾ ਵੀ ਸਾਡੀ ਸਰੀਰਕ ਤਲ ਤੇ, ਬਾਹਰੀ ਤਲ ਤੇ ਦੁਨੀਆ ਦੀ ਰੀਤ ਮੁਤਾਬਕ ਗੁਰੂ ਨਾਲ ਸਾਂਝ ਹੈ, ਪਰ ਗੁਰੂ ਦੀ ਵਿਚਾਰਧਾਰਾ ਅਨੁਸਾਰ ਗੁਰੂ ਨਾਲ ਸਾਂਝ ਨਹੀਂ, ਆਪਣੇ ਮਾਲਕ ਨਾਲ ਸਾਂਝ ਨਹੀਂ ਹੈ। ਹੁਣ ਗੁਰੂ ਸਾਹਿਬ ਨੇ ਗੱਲ ਕਿੱਥੇ ਲਿਆਂਦੀ ਹੈ ਵੀ ਸੁਰਤ ਦੀ ਜਿਹੜੀ ਅੱਖ ਆ ਗਈ ਉਹ ਇਸੇ ਕਰਕੇ ਬੰਦਾ ਭਾਈ। ਉੱਪਰੋਂ ਕਹਿ ਰਹਾਂਗਾ ਵੀ ਠੀਕ ਆ ਜੀ, ਮੈਂ ਜਾਤ ਪਾਤ ਪ੍ਰਤੀ ਕੋਈ ਵਿਤਕਰਾ ਨਫ਼ਰਤ ਨਹੀਂ ਕਰਦਾ, ਪਰ ਅੰਦਰੋਂ ਖਿਆਲ ਅਜੇ ਤੱਕ ਨਹੀਂ ਨਿਕਲਿਆ। ਉੱਪਰੋਂ ਕਹਿ ਰਹਾਂਗਾ ਵੀ ਕੋਈ ਕਿਸੇ ਤਰ੍ਹਾਂ ਦਾ ਗੁਰੂ ਦਾ ਸਿੱਖ ਜਿਹੜਾ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਂਦਾ ਉਹ ਨਸ਼ਾ ਨਹੀਂ ਕਰਦਾ। ਉੱਪਰੋਂ ਕਹਿ ਰਿਹਾ ਨਾ, ਪਰ ਨਸ਼ੇ ਦਾ ਆਦੀ ਹੋ ਚੁੱਕਿਆ ਹੈ। ਸੁਰਤ ਦੀ ਅੱਖ ਖੋਲ ਕੇ ਵੇਖ, ਤੂੰ ਨਸ਼ੇ ਦਾ ਆਦੀ ਹੋ ਚੁੱਕਿਆ। ਉੱਪਰੋਂ ਕਹਿ ਰਹਾਂਗਾ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨੀ ਮਾੜੀ ਆ।
ਉੱਪਰੋਂ ਉੱਪਰੋਂ ਕਹਿ ਰਿਹਾ ਨਾ, ਪਰ ਅੰਦਰੋਂ ਸੱਚਾਈ ਆ ਵੀ ਰੱਬ ਦੇ ਪਿਆਰਿਆਂ ਦੀ ਨਿੰਦਾ, ਭਲੇ ਲੋਕਾਂ ਦੀ ਨਿੰਦਾ, ਭਲੇ ਲੋਕਾਂ ਨੂੰ ਬੁਰਾ ਭਲਾ ਕਹਿਣਾ ਸਾਡਾ ਜ਼ਿੰਦਗੀ ਦਾ ਰੋਜ਼ ਦਾ ਕਰਮ ਉਹ ਬਣ ਗਿਆ। ਮਤਲਬ ਗੁਰੂ ਸਾਹਿਬ ਜੀ ਕਹਿੰਦੇ ਕੀ ਨੇ ਵੀ ਤੂੰ ਉੱਪਰੋਂ ਉੱਪਰੋਂ ਆਪਣੇ ਆਪ ਨੂੰ ਚੇਂਜ ਕੀਤਾ, ਅੰਦਰੋਂ ਨਹੀਂ ਕੀਤਾ। ਅगर ਫਿਰ ਗੁਰੂ ਨੇ ਸਾਨੂੰ ਕਿਤੇ ਨਾ ਕਿਤੇ ਜਾ ਕੇ ਠੋਕਰ ਮਾਰ ਦਿੱਤੀ, ਕਹਿ ਦਿੱਤਾ। ਪਾਤਸ਼ਾਹ ਜੀ ਕਹਿੰਦੇ ਫਿਰ ਤੇਰੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਪਿਆਰ ਨਹੀਂ ਪੈਦਾ ਹੋਇਆ, ਸੁਰਤ ਦੀ ਅੱਖ ਬੰਦ ਹੋਣ ਕਰਕੇ, ਤੇ ਬਾਹਰੋਂ ਤੂੰ ਸੰਤ ਕਹਾ ਰਿਹਾਂਗਾ, ਬਾਹਰੋਂ ਤੂੰ ਰੱਬ ਦਾ ਪਿਆਰਾ ਕਹਾ ਰਿਹਾਂਗਾ, ਤੇ ਬਾਹਰੋਂ ਤੇਰਾ ਰੱਬ ਦਾ ਪਿਆਰਾ ਕਹਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਹਿਰਦਾ ਕਪਟ, ਤੇਰੇ ਹਿਰਦੇ ਵਿੱਚ ਤਾਂ ਕਪਟ ਹੈ। ਮੁਖ ਗਿਆਨੀ, ਬਾਹਰੋਂ ਤੂੰ ਗਿਆਨੀ ਬਣਿਆ ਫਿਰਦਾ ਤੇ ਅੰਦਰ ਤੇਰੇ ਕਪਟ ਹੈ। ਕਪਟ ਤੋਂ ਭਾਵ ਤੂੰ ਲੋਕਾਂ ਨਾਲ ਠੱਗੀਆਂ, ਧੋਖੇ, ਬੇਈਮਾਨੀਆਂ ਜੀ ਕਰ ਰਿਹਾਂਗਾ। ਇਸੇ ਕਰਕੇ ਸੁਰਤ ਦੀ ਅੱਖ ਬੰਦ ਆ। ਦੁਨਿਆਵੀ ਅੱਖ ਤਾਂ ਬੇਸ਼ੱਕ ਸਾਡੀ ਖੁੱਲੀ ਆ, ਪਰ ਸੁਰਤ ਦੀ ਅੱਖ ਆ ਜਿਹੜੀ ਉਹ ਗੁਰੂ ਸਾਹਿਬ ਕਹਿੰਦੇ ਇਹਨਾਂ ਕਾਰਨਾਂ ਕਰਕੇ ਬੰਦ ਹੋ ਚੁੱਕੀ ਆ। ਫਿਰ ਹੋਰ ਅੱਗੇ ਆ ਜਾਓ, ਆਪਣੇ ਜ਼ਿੰਦਗੀ ਦਾ ਰੋਜ਼ ਦਾ ਕਰਮ ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਸੁਭਾਅ ਕਰਕੇ ਬਦਲਿਆ ਨਹੀਂ ਹੈ। ਰੋਜ਼ ਦਾ ਕਰਮ ਲੜਨਾ, ਬੋਲਣਾ, ਵਹਿੰਸਣਾ, ਝਗੜਨਾ, ਅੰਮ੍ਰਿਤ ਵੇਲੇ ਜਾਗਣਾ, ਜਾਗ ਕੇ ਕਰਨਾ ਕੀ ਹੈ, ਇਹ ਸੁਰਤ ਦੀ ਅੱਖ ਖੋਲ ਕੇ ਕਦੇ ਵੀ ਨਹੀਂ ਵੇਖਿਆ। ਦੁਨਿਆਵੀ ਅੱਖਾਂ ਖੋਲ ਕੇ ਤੂੰ ਵੇਖ ਰਿਹਾ। ਕਹਿਣ ਤੋਂ ਭਾਵ ਜਿੰਨਾ ਮਰਜ਼ੀ ਆਪਾਂ ਇਸ ਗੱਲ ਨੂੰ ਅੱਗੇ ਵਧਾ ਸਕਦੇ ਹਾਂ। ਤਾਈਓ ਗੁਰੂ ਸਾਹਿਬ ਨੇ ਕਿਹਾਗਾ, ਹਰ ਜਨ ਹਰੀ ਦੇ ਜਨੋ, ਰੱਬ ਦੇ ਪਿਆਰਿਓ ਦੇਖੋ ਸਤਿਗੁਰ ਨੈਣੀ। ਐ ਰੱਬ ਦੇ ਪਿਆਰਿਓ ਆਪਾਂ ਸਾਰੇ ਰਲ ਮਿਲ ਕੇ ਨਾ ਆਪਣੀ ਸੁਰਤ ਦੀ ਅੱਖ ਨੂੰ ਖੋਲ ਕੇ ਉਸ ਪਰਮਾਤਮਾ ਦਾ ਦੀਦਾਰ ਕਰਨਾ। ਉਹ ਪਰਮਾਤਮਾ ਹੈ ਕਿੱਥੇ? ਉਹ ਸਾਰਿਆਂ ਦੇ ਵਿੱਚ ਹੈ। ਉਹ ਤਾਂ ਘਟ ਘਟ ਮੈਂ ਹਰ ਜੂ ਵਸੈ, ਉਹ ਤਾਂ ਸਾਰਿਆਂ ਦੇ ਵਿੱਚ ਵਸ ਰਿਹਾਗਾ। ਪਰ ਸਾਡੀ ਸੁਰਤ ਦੀ ਅੱਖ ਨਾ ਖੁੱਲਣ ਕਰਕੇ, ਮਤਲਬ ਗਿਆਨ ਨਾ ਹੋਣ ਕਰਕੇ, ਮਤ ਸੁਮਤ ਨਾ ਹੋਣ ਕਰਕੇ ਅਸੀਂ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਵੀ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ। ਨਾ, ਸਾਡੇ ਦਿਮਾਗ 'ਚ ਤਾਂ ਅਜੇ ਇਉਂ ਹੀ ਆ ਵੀ ਰੱਬ ਤਾਂ ਗੁਰਦੁਆਰੇ ਰਹਿੰਦਾ। ਸਾਡੇ ਦਿਮਾਗ 'ਚ ਤਾਂ ਅਜੇ ਇੱਦਾਂ ਹੀ ਆ ਵੀ ਰੱਬ ਤਾਂ ਮੰਦਰ 'ਚ, ਮਸੀਤ 'ਚ ਹੀ ਰਹਿੰਦਾ ਗਾ। ਅਸੀਂ ਤਾਂ ਅਜੇ ਮਿਸਤਰੀ ਦੇ ਬਣਾਏ ਹੋਏ ਟੇਢੀਆਂ ਬਿੰਗੀਆਂ ਲਾ ਕੇ ਇੱਟਾਂ, ਮੰਦਰ, ਮਸਜਿਦ, ਗੁਰਦੁਆਰੇ, ਕਿਉਂਕਿ ਇੱਟਾਂ ਤਾਂ ਉਹੀ ਆ ਨਾ, ਮਿਸਤਰੀ ਵੀ ਉਹੀ ਆ, ਜਿੱਥੋਂ ਇੱਟਾਂ ਆਈਆਂ ਉਹ ਵੀ ਉਹੀ ਆ, ਜਿੱਥੋਂ ਪੱਥਰ ਆਇਆ ਉਹ ਭਾਵ ਸ਼ੋਰੂਮ ਵੀ ਉਹੀ ਆ। ਪਰ ਬਦਲਿਆ ਕੀ ਆ? ਇੱਟਾਂ ਨੂੰ ਟੇਢੇ ਬਿੰਗੇ ਢੰਗ ਨਾਲ ਲਾ ਲਿਆ। ਇੱਕ ਮੰਦਰ ਦਾ ਰੂਪ ਧਾਰਨ ਕਰ ਗਿਆ, ਇੱਕ ਗੁਰਦੁਆਰੇ ਦਾ ਤੇ ਇੱਕ ਮਸੀਤ ਦਾ। ਸਾਰਾ ਕੁਝ ਸੇਮ ਆ, ਬਸ ਬਦਲਿਆ ਕੀ ਆ? ਟੇਢਾ ਬਿੰਗਾ ਬਣ ਪੈ ਗਿਆ। ਇੱਕ ਨੂੰ ਗੋਲ ਆਕਾਰ ਦੇ ਦਿੱਤਾ, ਇੱਕ ਨੂੰ ਤਿੱਖਾ ਆਕਾਰ ਦੇ ਦਿੱਤਾ, ਇੱਕ ਨੂੰ ਚਾਰ ਖੂੰਜਾਂ ਦਾ ਆਕਾਰ ਦੇ ਦਿੱਤਾ। ਬਸ ਉਹਨੂੰ ਕਿਹਾ ਤਾਂ ਅਸੀਂ ਮੰਨ ਲਿਆ। ਪਰ ਗੁਰੂ ਸਾਹਿਬ ਜੀ ਕਹਿੰਦੇ ਪਰ ਤੂੰ ਖਿਆਲ ਕਰਕੇ ਵੇਖ, ਤੂੰ ਆਪਣੇ ਦਿਮਾਗ ਕਰਕੇ, ਆਪਣੀ ਸੁਮਤ ਕਰਕੇ ਅਜੇ ਨਹੀਂ ਬਦਲਿਆ। ਜਿੰਨਾ ਟਾਈਮ ਤੂੰ ਬਦਲਦਾ ਨਹੀਂ, ਉਹਨਾਂ ਟਾਈਮ ਮੈਂ ਤੈਨੂੰ ਕਹਿ ਨਹੀਂ ਸਕਦਾ ਵੀ ਤੂੰ ਅੱਖਾਂ ਖੋਲ ਕੇ ਹੁਣ ਰੱਬ ਦਾ ਦੀਦਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਪਰਮਾਤਮਾ ਤਾਂ ਸਾਰਿਆਂ ਦੇ ਵਿੱਚ ਵਸ ਰਿਹਾ ਹੈਗਾ। ਫਿਰ ਜ਼ਿਕਰ ਕੀ ਕੀਤਾ ਪਾਤਸ਼ਾਹ ਕਹਿੰਦੇ, ਜੋ ਇੱਛੋ ਸੋਈ ਫਲ ਪਾਵੇ। ਫਿਰ ਤੂੰ ਜੋ ਚਾਹੇਗਾ ਉਹ ਤੈਨੂੰ, ਮਤਲਬ ਸਾਨੂੰ ਮਿਲ ਜਾਵੇਗਾ, ਜੋ ਵੀ ਅਸੀਂ ਚਾਹੁੰਦੇ ਹਾਂ। ਕਿਉਂਕਿ ਪਹਿਲਾਂ ਤਾਂ ਮੱਤ ਹੀ ਸਾਡੀ ਚੰਗੀ ਬਣ ਗਈ। ਚੰਗੀ ਮੱਤ ਹੋਣ ਕਰਕੇ ਮੰਗਾਂਗੇ ਵੀ ਚੰਗਾ ਹੀ। ਸੌਖਾ ਸਮਝ ਲਓ ਵੀ ਆਪਾਂ ਥੋੜੀ ਜਿਹੀ ਲੋਕਾਂ ਮੁਤਾਬਕ ਜ਼ਿੰਦਗੀ ਜਿਉਂਦੇ ਨਾ, ਦੁਨੀਆ ਮੁਤਾਬਕ ਜ਼ਿੰਦਗੀ ਜਿਉਂਦੇ ਆ, ਤਾਂ ਉਦੋਂ ਆਪਾਂ ਜੋ ਮਰਜ਼ੀ ਮੰਗੀਏ, ਜੋ ਮਰਜ਼ੀ ਖਾਈਏ, ਜੋ ਮਰਜ਼ੀ ਹੰਢਾਈਏ, ਜਿੱਧਰ ਮਰਜ਼ੀ ਜਾਈਏ, ਆਪਾਂ ਇਹ ਕਹਿੰਦੇ ਨੇ ਚਲੋ ਕੁਛ ਨਹੀਂ ਹੁੰਦਾ, ਲੋਕਾਂ ਮੁਤਾਬਕ ਚੱਲੀ ਜਾਂਦਾ ਜਿਵੇਂ ਠੀਕ ਆ। ਜਦੋਂ ਬੰਦੇ ਤੇ ਥੋੜੀ ਬਹੁਤੀ ਕੋਈ ਸਿਆਣਪ ਦੀ ਮੋਹਰ ਲੱਗ ਜਾਵੇ, ਰੰਗ ਲੱਗ ਜਾਵੇ, ਮੰਨ ਲਓ ਬੰਦਾ ਵਿਆਹਿਆ ਗਿਆ, ਬਦਲ ਗਿਆ, ਥੋੜਾ ਜਿਹਾ ਬਦਲ ਗਿਆ, ਬਹੁਤਾ ਨਹੀਂ,
ਬੱਚੇ ਦੇ ਵਾਹਿਗੁਰੂ ਮਨੁੱਖ ਦੇ ਘਰ ਧੀ ਨੇ ਜਨਮ ਲੈ ਲਿਆ, ਬੰਦਾ ਬਦਲ ਗਿਆ। ਨਾ ਭਾਈ ਹੁਣ ਆਪਾਂ ਮੰਦੇ ਚੰਗੇ ਕੰਮਾਂ ਵੱਲ ਨਹੀਂ ਜਾਣਾ, ਕਿਉਂ ਸਾਡੇ ਘਰ ਵਾਹਿਗੁਰੂ ਨੇ ਧੀ ਦਿੱਤੀ ਆ, ਪੁੱਤ ਦਿੱਤਾ ਗਾ, ਨਾ ਬਦਲ ਗਿਆ। ਬੰਦੇ ਨੇ ਕੋਈ ਧਾਰਮਿਕ ਚਿੰਨ੍ਹ ਪਹਿਨ ਲਿਆ, ਮੰਨ ਲਓ ਵੀ ਅਸੀਂ ਸਿੱਖ ਧਰਮ ਨਾਲ ਸੰਬੰਧ, ਤਾਂ ਅਸੀਂ ਕੇਸ ਵੀ ਰੱਖ ਲਏ, ਦਸਤਾਰ ਬੰਨਣੀ ਸ਼ੁਰੂ ਕਰ ਦਿੱਤੀ, 5 ਕਕਾਰੀ ਬਾਣਾ ਵੀ ਪਹਿਨ ਲਿਆ, ਬੰਦਾ ਹੋਰ ਬਦਲ ਗਿਆ। ਕਿਉਂ ਬਦਲ ਗਿਆ? ਕਹਿੰਦਾ ਨਹੀਂ ਭਾਈ ਹੁਣ ਮੇਰਾ ਤਾਂ ਦੁਨੀਆ ਨੂੰ ਪਤਾ ਲੱਗ ਗਿਆ ਤੇ ਮੈਂ ਮਾੜਾ ਕੰਮ ਨਹੀਂ ਕਰਨਾ। ਹੁਣ ਸਿੱਧ ਕੀ ਹੋ ਗਿਆ ਵੀ ਬੰਦਾ ਜਿਉਂ-ਜਿਉਂ ਵੱਧਦਾ ਗਿਆ ਤਿਉਂ-ਤਿਉਂ ਬਦਲਦਾ ਗਿਆ। ਬਦਲਣਾ ਹੀ ਆਪਣੇ ਅੰਦਰੋਂ ਕੁਛ ਵਧੀਆ ਮੰਗਣਾ, ਚੰਗਾ ਮੰਗਣਾ ਜਿਹਨੂੰ ਆਪਾਂ ਕਹਿ ਲਈਏ। ਹੁਣ ਮਾੜਾ ਮੰਗਦੇ ਹੀ ਨਹੀਂਗਾ, ਮਾੜਾ ਸੋਚਦੇ ਨਹੀਂਗਾ, ਵਾਹਿਗੁਰੂ ਮਾੜਾ ਕਰਨੋਂ ਹਟ ਗਿਆ। ਪਰ ਇਹ ਸੇਵਾ, ਇਹ ਸੁਮੱਤ, ਇਹ ਗਿਆਨ ਦੀ ਦਾਤ ਕਿਸੇ ਕਿਸੇ ਦੇ ਹਿੱਸੇ ਹੁੰਦੀ ਆ, ਤੇ ਨਹੀਂ ਤਾਂ ਉਹੀ ਆਪਣੀ ਕਹਾਵਤ ਆ ਨਾ, ਬਾਹਾਂ ਤੇ ਉਹੀ ਕੁਹਾੜੀ, ਉਹੀ ਬਾਹਾਂ ਉਹੀ ਕੁਹਾੜੀ। ਆਪਾਂ ਆਮ ਹੀ ਕਹਿ ਦਿੰਦੇ ਹਾਂ ਕਿ ਸੇਮ ਹੀ ਮਨੁੱਖ ਦਾ ਸੁਭਾਅ ਬਣਿਆ ਪਿਆ ਗਾ। ਪਰ ਆਪਣੇ ਅੰਦਰ ਨੂੰ ਬਦਲਣਾ, ਗੁਰੂ ਸਾਹਿਬ ਕਹਿੰਦੇ ਨੇ ਰੱਬ ਨੂੰ ਅੱਖਾਂ ਖੋਲ ਕੇ ਵੇਖਣਾ ਹੈ। ਤੇ ਜੇ ਅੰਦਰ ਨੂੰ ਨਹੀਂ ਬਦਲਿਆ, ਆਪਣੀ ਸੁਰਤ ਦੀ ਅੱਖ ਨਹੀਂ ਖੁੱਲੇਗੀ, ਗਿਆਨ ਪ੍ਰਾਪਤ ਨਹੀਂ ਹੋਇਆਗਾ, ਬਾਹਰੀ ਤੌਰ ਤੇ ਆਪਣੇ ਲਿਬਾਸ ਬਦਲ ਕੇ ਸੁਰਤ ਦੀ ਅੱਖ ਨੂੰ ਨਹੀਂ ਬਦਲਿਆ ਜਾ ਸਕਦਾ। ਬਾਹਰੀ ਤੌਰ ਤੇ ਆਪਣੇ ਪਹਿਰਾਵੇ ਨੂੰ ਬਦਲ ਕੇ ਅੰਦਰ ਨੂੰ ਨਹੀਂ ਬਦਲਿਆ ਜਾ ਸਕਦਾ। ਤਾਈਓ ਗੁਰੂ ਸਾਹਿਬ ਨੇ ਅੱਗੇ ਜ਼ਿਕਰ ਕੀਤਾ, ਖੱਤਰੀ, ਬ੍ਰਾਹਮਣ, ਸੂਦ, ਬੈਸ। ਬੇਸ਼ੱਕ ਸਾਡੇ ਸੰਸਾਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਾਤਾਂ ਕਰਕੇ, ਗੋਤਾਂ ਕਰਕੇ ਵੰਡੇ ਹੋਏ ਨੇ। ਜਾਤ ਤੇ ਗੋਤ ਇਹਦੇ ਚੱਕਰ 'ਚ ਫਸੇ ਹੋਏ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਅਨੇਕਾਂ ਹੀ ਜਾਤਾਂ ਨੇ, ਬਹੁ ਗਿਣਤੀ ਹੈ ਜਾਤਾਂ ਦੀ, ਜਿੰਨਾ ਮਰਜ਼ੀ ਗਿਣੀ ਚੱਲੋ, ਬਸ ਜਾਤਾਂ ਅੱਗੇ ਦੀ ਅੱਗੇ ਬਣੀ ਜਾਂਦੀਆਂ ਨੇ। ਚਲੋ ਥੋੜਾ ਜਿਹਾ ਆਪਾਂ ਇੱਥੇ ਜ਼ਿਕਰ ਕਰਨਾ, ਕਿਉਂਕਿ ਪਾਤਸ਼ਾਹ ਨੇ ਲਿਖਿਆ ਇੱਥੇ ਵੀ ਸੁਰਤ ਦੀ ਅੱਖ ਨੂੰ ਖੋਲ ਕੇ ਤੂੰ ਉਹ ਵਾਹਿਗੁਰੂ ਪਰਮਾਤਮਾ ਨੂੰ ਸਾਰਿਆਂ ਦੇ ਵਿੱਚੋਂ ਵਸਦਾ ਵੇਖ, ਤਾਂ ਤੈਨੂੰ ਥੋੜਾ ਬਹੁਤਾ ਅਹਿਸਾਸ ਹੋਵੇਗਾ ਉਹ ਪਰਮਾਤਮਾ ਦੇ ਪ੍ਰਥਾਏ। ਜੇ ਮਨੁੱਖ ਜਾਤ ਪਾਤ ਦੇ ਚੱਕਰ 'ਚ ਉਲਝ ਗਿਆ, ਫਿਰ ਨਹੀਂ ਵੇਖਦਾ, ਫਿਰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਵੇਂ ਉਹ ਸਿਆਣੇ ਕਹਿੰਦੇ ਆ ਨਾ ਵੀ ਜਿਹੜਾ ਸਿੱਖ ਆ ਨਾ, ਉਹ ਜਾਤ ਪੁੱਛਦਾ ਨਹੀਂ, ਤੇ ਜਿਹੜਾ ਜਾਤ ਪੁੱਛਦਾਗਾ ਉਹ ਸਿੱਖ ਨਹੀਂ ਹੋ ਸਕਦਾ। ਗੁਰੂ ਦੀ ਮੱਤ ਸਾਨੂੰ ਇਹ ਗੱਲ ਕਹਿੰਦੀ ਆ। ਅੱਛਾ, ਸਮਝਣ ਵਾਸਤੇ ਕਿਸੇ ਜਾਤ ਦਾ, ਕਿਸੇ ਗੋਤ ਦਾ, ਕਿਸੇ ਨਸਲ ਦਾ, ਕਿਸੇ ਮਜ਼ਹਬ ਦਾ ਉਹ ਜ਼ਿਕਰ ਕਰਨਾ ਪੈ ਸਕਦਾ ਆਪਣੇ ਆਪ ਨੂੰ ਸਮਝਾਉਣ ਦੇ ਲਈ। ਉੱਥੇ ਕੋਈ ਅੰਦਰ ਮਾੜੀ ਭਾਵਨਾ ਕਰਕੇ ਨਹੀਂ ਗੱਲ ਕਹੀ ਜਾਂਦੀ, ਉੱਥੇ ਮਤਲਬ ਕਿ ਸਮਝਣ ਵਾਸਤੇ ਜਾਂ ਸਮਝਾਉਣ ਵਾਸਤੇ ਗੱਲ ਕਹੀ ਜਾਂਦੀ ਆ। ਨਹੀਂ, ਅਸੀਂ ਆਪਣੇ ਆਪ ਨੂੰ ਬਦਲ ਬਹੁਤ ਲੈਤਾ, ਅਜੇ ਸਾਡੇ ਦਿਮਾਗ ਦੇ ਵਿੱਚ ਜਾਤਾਂ ਪਾਤਾਂ ਦੀਆਂ ਆਦਤਾਂ ਬੁਰੀਆਂ ਫਸੀਆਂ ਹੋਈਆਂ ਨੇ। ਹੁਣ ਸਭ ਤੋਂ ਮੁੱਢ ਨੇ ਜਿਹੜੇ ਉਹ ਜਾਤਾਂ ਦੇ 5 ਵਾਹਿਗੁਰੂ 4 ਜਿਹੜੇ ਪੱਖ ਨੇ ਉਹ ਮੰਨੇ ਜਾਂਦੇ ਨੇ। ਸਭ ਤੋਂ ਵੱਡਾ ਬ੍ਰਾਹਮਣ ਆ ਗਿਆ, ਉਹਦੇ ਬਾਰੇ ਤੁਸੀਂ ਕਾਫੀ ਜਾਣਦੇ ਹੋ, ਸਿਆਣੇ ਹੋ, ਸੂਝਵਾਨ ਹੋ ਵੀ ਬ੍ਰਾਹਮਣ ਉੱਚ ਜਾਤੀ ਦਾ ਮੰਨਿਆ ਜਾਂਦਾ ਹੈਗਾ। ਬ੍ਰਾਹਮਣ ਦੇ ਥੱਲੇ ਆ ਗਿਆ ਵੈਸ, ਬ੍ਰਾਹਮਣ ਦੇ ਥੱਲੇ ਵੈਸ ਆ ਗਿਆ। ਵਾਹਿਗੁਰੂ ਖੱਤਰੀ ਆ ਗਿਆ, ਜਿਹੜਾ ਕਿ ਇਉਂ ਕਹਿ ਲੋ ਸੌਖਾ ਸਮਝਣ ਦੇ ਲਈ ਬ੍ਰਾਹਮਣ ਦੇ ਉੱਪਰ ਬੋਡੀਗਾਰਡ ਆਉਂਦਾ। ਖੱਤਰੀ, ਖੱਤਰੀ ਤੋਂ ਭਾਵ ਖੱਤਰਿਆਂ ਦੇ ਨਾਲ ਜੂਝਣ ਵਾਲਾ। ਤੇ ਨੰਬਰ 3 ਤੇ ਵੈਸ। ਹੁਣ ਬ੍ਰਾਹਮਣ ਉੱਪਰ ਹੈ, ਉਹਦੇ ਤੋਂ ਥੱਲੇ ਖੱਤਰੀ, ਖਤਰਿਆਂ ਨਾਲ ਜੂਝਣ ਵਾਲਾ, ਉਹਦੀ ਬੋਡੀ ਦੀ ਰਾਖੀ ਕਰਨ ਵਾਲਾ, ਉਹਦੇ ਘਰ ਦੀ ਰਾਖੀ ਕਰਨ ਵਾਲਾ, ਉਹਨੂੰ ਇਹ ਕੰਮ ਸੌਂਪ ਦਿੱਤਾ। ਤੇ ਤੀਜੇ ਦਰਜੇ ਤੇ ਆ ਗਿਆ ਵੈਸ। ਵੈਸ ਨੇ ਇਹਨਾਂ ਦੋਨਾਂ ਦੀ ਸੰਭਾਲ ਕਰਨੀ ਹੈ, ਇਹਨਾਂ ਦੋਨਾਂ ਦੀ ਸਾਂਭ ਸੰਭਾਲ ਕਰਨੀ ਹੈ। ਤੇ ਚੌਥੇ ਨੰਬਰ ਤੇ ਕੌਣ ਆ ਗਿਆ? ਸ਼ੂਦਰ। ਤੇ ਸ਼ੂਦਰ ਨੇ ਆਪਾਂ ਨੂੰ ਪਤਾ ਸਫਾਈ ਕਰਨੀ ਹੈ। ਕਹਿੰਦੇ ਤਾਂ ਗੰਦਮੰਦ ਚੱਕਣ ਵਾਲਾ, ਦਿਹਾੜੀ ਜੋਤਾ ਲਾਉਣ ਵਾਲਾ, ਹੋਰ ਕੁਛ ਨਹੀਂ ਕਰੇਗਾ। ਇਹਨੂੰ ਮੱਥੇ ਨਹੀਂ ਕਿਸੇ ਨੇ ਲਾਉਣਾ, ਇਹਦੇ ਤੋਂ ਲੈ ਕੇ ਨਹੀਂ ਕਿਸੇ ਨੇ ਕੁਛ ਖਾਣਾ, ਇਹ ਨੀਵੀਂ ਜਾਤ ਦਾ ਗਾ, ਤੇ ਇਹਦੇ ਨਾਲ ਬਹੁਤੀ ਗੱਲਬਾਤ ਨਹੀਂ ਕਰਨੀ। ਵੈਸ ਹੋਇਆ ਚਾਹੇ ਸ਼ੂਦਰ ਹੋਇਆ, ਇਹਨਾਂ ਤੋਂ ਆਪਾਂ ਦੋਨੇ ਧਿਰਾਂ ਨੇ ਕੰਮ ਲੈਣਾ।
ਵੈਸ ਤੋਂ ਤੇ ਸ਼ੂਦਰ ਤੋਂ ਦੋਨੇ ਧਿਰਾਂ ਨੇ ਕੰਮ ਲੈਣਾਗਾ। ਭਾਵ ਉਹ ਚਲਾਕ ਲੋਕ ਉੱਪਰ ਹੋ ਗਏ, ਇਹਨਾਂ ਦੋ ਨੂੰ ਥੱਲੇ ਕਰ ਦਿੱਤਾ। ਭਾਰਤ ਦੇ ਵਿੱਚ ਜ਼ਿਆਦਾਤਰ ਵੈਸ ਤੇ ਸ਼ੂਦਰ ਲੋਕਾਂ ਦੀ ਗਿਣਤੀ ਬਹੁਤ ਆ। ਜੇ ਆਪਾਂ ਉਹਨਾਂ ਮੁਤਾਬਕ ਵੇਖੀਏ, ਆਪਣੇ ਮੁਤਾਬਕ ਨਹੀਂ, ਗੁਰੂ ਮੁਤਾਬਕ ਸਾਰੇ ਇੱਕ ਨੇ। ਸਭ ਮੈਂ ਜੋਤ, ਜੋਤ ਹੈ ਸੋਏ। ਚਲੋ ਹੁਣ ਅੱਗੇ ਕੀ ਆ ਵੀ ਕਹਿੰਦੇ ਮੰਨ ਲਿਆ ਇਹਨਾਂ ਨੇ ਮਨੂ ਸਿਮਰਤੀ ਦੇ ਅਨੁਸਾਰ। ਮਨੂ ਆਚਾਰੀਆ ਨੇ ਲਿਖਿਆ ਮਨੂ ਸਿਮਰਤੀ ਦੇ ਵਿੱਚ ਸਾਰੇ ਪਵਾੜਿਆਂ ਦੀ ਜੜ ਹਿੰਦੂਆਂ ਦਾ ਇਹ ਮੇਨ ਗ੍ਰੰਥ ਜਿਹਨੂੰ ਮਨੂ ਸਿਮਰਤੀ ਕਹਿੰਦੇ ਆ। ਤੇ ਜਿਹੜੇ ਹੁਣ ਦੇ ਹਾਲਾਤ ਆ ਨਾ, ਇਹ ਗੁਰੂ ਸਾਹਿਬ ਨੇ ਹਾਲਾਤਾਂ ਨੂੰ ਭੰਡਿਆ ਸੀ, ਤੋੜਿਆ ਸੀ, ਖਤਮ ਕੀਤਾ ਸੀ। ਪਰ ਇਹ ਲੋਕ ਜਿਹੜੇ ਕਹਿੰਦੇ ਨੇ ਵੀ ਸਾਨੂੰ ਰਾਮ ਰਾਜ ਚਾਹੀਦਾ, ਇਹ ਲੋਕ ਦੁਬਾਰਾ ਫੇਰ ਉਵੇਂ ਜਿਵੇਂ ਵੈਸ ਸੂਦ ਖੱਤਰੀ ਇਹਨਾਂ ਜਾਤਾਂ ਵਰਨਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ ਆਪਸ ਵਿੱਚ ਪਾੜ ਕੇ ਰੱਖਣਾ ਚਾਹੁੰਦੇ ਨੇ, ਆਪਸ ਵਿੱਚ ਦੁਫਾੜ ਕਰਕੇ ਰੱਖਣਾ ਚਾਹੁੰਦੇ ਨੇ। ਗੁਰੂ ਦੀ ਬਖਸ਼ਿਸ਼ ਆ, ਇਹ ਸਾਡੇ ਸਮਾਜ ਵਿੱਚੋਂ ਕਾਫੀ ਹੱਦ ਤੱਕ ਬਿਮਾਰੀ ਨਿਕਲ ਵੀ ਚੁੱਕੀ ਆ, ਸਾਡੇ ਸਮਾਜ ਚੋਂ ਨਿਕਲ ਚੁੱਕੀ ਆ, ਪਰ ਬਹੁ ਗਿਣਤੀ ਹਜੇ ਰਹਿੰਦੀ ਆ। ਤੇ ਇਹਨਾਂ ਨੇ ਮੰਨਿਆ ਕਿ ਆ ਮਨੂ ਆਚਾਰੀਆ ਨੇ ਮਨੂ ਸਿਮਰਤੀ ਵਿੱਚ ਇਹ ਲਿਖਿਆ, ਕਹਿੰਦੇ ਜਿਹੜਾ ਬ੍ਰਾਹਮਣ ਆ ਨਾ, ਇਹ ਤਾਂ ਬ੍ਰਹਮਾ ਦੇ ਮੂੰਹ ਰਾਹੀਂ ਜੰਮਿਆ, ਤੇ ਜਿਹੜਾ ਖੱਤਰੀ ਆ ਇਹ ਬਾਹਾਂ ਚੋਂ ਜੰਮਿਆ, ਤੇ ਜਿਹੜਾ ਹੈਗਾਗਾ ਵੈਸ ਇਹ ਪੱਟਾਂ ਚੋਂ ਜੰਮਿਆ, ਤੇ ਜਿਹੜਾ ਸ਼ੂਦਰ ਆ ਇਹ ਪੈਰਾਂ ਚੋਂ ਜੰਮਿਆ। ਚਲੋ ਆਪਾਂ ਬਹੁਤ ਆਸੇ ਪਾਸੇ ਨਾ ਜਾਓ। ਇਹਨਾਂ ਦੀ ਗੱਪ ਕਹਾਣੀ ਜਿਹੜੀ ਲਿਖੀ ਵੀ ਆ, ਇਹ ਰਾਮ ਰਾਜ ਦੇ ਮਾਲਕ ਜਿਹੜੇ ਵੀ ਅੱਜ ਮੋਦੀ ਗੋਦੀ ਵਰਗੇ ਹਨ, ਸਾਰੇ ਇਸੇ ਬਾੜੀ ਦੇ ਬੱਸੇ ਨੇ। ਇਹ ਹੁਣ ਇਹ ਮੰਨਦੇ ਨੇ ਵੀ ਸਾਡੀ ਮਨੂ ਸਿਮਰਤੀ ਵਿੱਚ ਆ ਲਿਖਿਆ। ਅੱਛਾ, ਮਨੂ ਸਿਮਰਤੀ ਵਿੱਚ ਲਿਖਾਇਆ ਕਿਹਨੇ ਆ? ਚਲਾਕ ਬ੍ਰਾਹਮਣ ਨੇ। ਤੇ ਹੁਣ ਤੁਸੀਂ ਖੁਦ ਸੋਚੋ, ਆਪਾਂ ਸਾਰਿਆਂ ਨੇ ਗੱਲ ਸੋਚਣੀ ਆ ਵਿਗਿਆਨ ਦੇ ਆਧਾਰ ਤੇ ਰੱਬ ਦੇ ਨਿਯਮ ਮੁਤਾਬਕ। ਜਿੰਨੇ ਵੀ ਜੀਵ ਨੇ ਸਾਰਿਆਂ ਦਾ ਜਨਮ ਨਰ ਮਾਦਾ ਕਿਸਮ ਭਾਵ ਮਾਤਾ ਪਿਤਾ ਦੇ ਸੁਮੇਲ ਕਰਕੇ ਹੁੰਦਾ। ਨੰਬਰ 2 ਤੇ ਇਹਨਾਂ ਨੇ ਕਿੱਡੀ ਵੱਡੀ ਗੱਪ ਕਹਾਣੀ ਇਹ ਲਿਖ ਕੇ ਸਾਡੇ ਵਿੱਚ ਪਰੋਸ ਦਿੱਤੀ। ਅਸੀਂ ਮੰਨ ਲਿਆ ਇਹਨੂੰ, ਇਹਨਾਂ ਨੇ ਤਾਂ ਮੰਨਣਾ ਹੀ ਮੰਨਣਾ, ਸਾਡੇ ਸਿੱਖਾਂ ਨੇ ਵੀ ਮੰਨੀ ਹੋਈ ਆ ਕਹਾਣੀ ਇਹ। ਤੇ ਅੱਜ ਤੱਕ ਕੋਈ ਵੀ ਕਿਸੇ ਜੀਵ ਦਾ ਜਨਮ, ਕੀੜੀ ਤੋਂ ਲੈ ਕੇ ਹਾਥੀ, ਬੀਲ, ਮੱਛੀ, ਪਾਣੀ ਵਿੱਚ, ਧਰਤੀ 'ਚ, ਆਕਾਸ਼ ਵਿੱਚ ਸਮੇਤ ਮਨੁੱਖ ਦੇ ਰਹਿਣ ਵਾਲੇ ਸਾਰੇ ਜੀਵਾਂ ਵੱਲ ਧਿਆਨ ਮਾਰ ਕੇ ਵੇਖੋ, ਕਿਸੇ ਦਾ ਜੀਵ ਦਾ ਜਨਮ ਮੂੰਹ ਰਾਹੀਂ ਨਹੀਂ ਹੋਇਆ। ਜੇ ਹੋਇਆ ਤਾਂ ਜ਼ਰੂਰ ਦੱਸਿਓ। ਜਿੰਨੇ ਕ ਆਪਾਂ ਸਮਝ ਦੇ ਨਾਲ ਗੱਲ ਨੂੰ ਸੁਣਦੇ ਹਾਂ, ਗੁਰੂ ਪਾਤਸ਼ਾਹ ਦੀ ਗੱਲ ਦਾ ਜਵਾਬ ਆਪਾਂ ਦੇਣਾ। ਤੇ ਕਿਸੇ ਵੀ ਜੀਵ ਦਾ ਜਨਮ ਆ ਬਾਹਾਂ ਚੋਂ ਨਹੀਂ ਹੋਇਆ। ਇਹ ਮੰਨ ਲਿਆ, ਕਹਿੰਦੇ ਖੱਤਰੀ ਦਾ ਜਨਮ ਡੌਲਿਆਂ ਚੋਂ ਹੋਇਆ, ਕਹਿੰਦੇ ਤਾਈਓ ਤਕੜਾ ਹੋ, ਉਹਨੇ ਖੱਤਰਿਆਂ ਦੇ ਨਾਲ ਜੂਝਣਾਗਾ। ਤੇ ਨੰਬਰ 3 ਤੇ ਵੈਸ ਦਾ ਜਨਮ ਕਹਿੰਦੇ ਪੱਟਾਂ ਚੋਂ ਹੋ ਗਿਆ। ਤੇ 4 ਤੇ ਸ਼ੂਦਰ ਦਾ ਜਨਮ ਕਹਿੰਦੇ ਪੈਰਾਂ ਚੋਂ ਹੋ ਗਿਆ। ਇਸੇ ਕਰਕੇ ਇਹਨਾਂ ਨੇ ਜਾਤਾਂ ਵੰਡਤੀਆਂ। ਬ੍ਰਾਹਮਣ ਦਾ ਮੂੰਹ ਚੋਂ ਜਨਮ ਹੋਣ ਕਰਕੇ ਇਹ ਕਹਿੰਦੇ ਚੰਗਾ, ਸਾਰਿਆਂ ਨਾਲੋਂ ਸਿਆਣਾ ਕਹਿੰਦੇ ਇਹ। ਤੇ ਖੱਤਰੀ ਡੌਲਾਂ 'ਚ ਜੰਮਿਆ, ਉਹਨੂੰ ਉਸ ਤਰ੍ਹਾਂ ਦਾ ਕੰਮ ਦਿੱਤਾ। ਵੈਸ ਤੇ ਸ਼ੂਦਰ ਨੂੰ ਉਸ ਤਰ੍ਹਾਂ ਦਾ ਕੰਮ ਦਿੱਤਾ, ਕਿਉਂਕਿ ਉਹ ਪੈਰਾਂ 'ਚੋਂ ਜੰਮੇ ਆ ਨਾ। ਤੇ ਕਿੱਡਾ ਵੱਡਾ ਗੱਪ ਮਾਰਿਆ, ਸਾਡੇ ਲੋਕਾਂ ਨੇ ਮੰਨ ਲਿਆ। ਮੰਨਿਆ ਕਿਉਂ ਆ? ਹੁਣ ਇੱਥੇ ਸਵਾਲ ਇਹ ਬਣ ਗਏ ਨਾ, ਅਸੀਂ ਮੰਨਿਆ ਕਿਉਂ ਆ? ਕਿਉਂਕਿ ਅਸੀਂ ਦੇਹ ਦੇ ਪੁਜਾਰੀ ਆ, ਅਸੀਂ ਮੂਰਤ ਦੇ ਪੁਜਾਰੀ ਆ, ਅਸੀਂ ਪੱਥਰ ਦੇ ਪੁਜਾਰੀ ਆ, ਤਾਂ ਕਰਕੇ ਮੰਨ ਲਿਆ। ਅਸੀਂ ਤਾਂ ਪੱਥਰਾਂ ਤੇ ਖੰਡ ਪਾਠ ਵੀ ਕਰਾਉਣ ਲੱਗ ਗਿਆ। ਹੋਕਾਂ ਨੇ ਤਾਂ ਭਾਈ ਟੱਲੇ ਤੇ ਖੰਡ ਪਾਠਾ ਵਗ ਜਾਓ, ਸਾਰੀ ਵਗ ਜਾਂਦੇ ਉਧਰ ਨੂੰ। ਲੈ ਕਮਾਲ ਦੀ ਗੱਲ ਆ। ਚਲੋ ਆਪਾਂ ਨੂੰ ਕੋਈ ਹਰਜ ਨਹੀਂ, ਇਹਦੇ 'ਚ ਤੁਹਾਨੂੰ ਰੋਸ ਆਵੇ, ਗੁੱਸਾ ਆਵੇ, ਆਈ ਜਾਵੇ, ਅਸੀਂ ਕੀ ਲੈਣਾਗਾ। ਵਾਲੇ ਤੋਂ ਵਾਲਾ ਕਹਿ ਦੋਗੇ ਵਗ ਜਾ, ਤੂੰ ਵਗ ਜਾਗਾ ਚੁੱਪ ਕਰਕੇ। ਸਮਝਣ ਦੀ ਗੱਲ ਆ ਵੀ ਗੁਰੂ ਸਾਹਿਬ ਕਹਿੰਦੇ ਅਸੀਂ ਇਹ ਗੱਲ ਨੂੰ ਕਿਉਂ ਮੰਨਿਆ। ਮੰਨਿਆ ਇਸ ਕਰਕੇ ਇਹ ਤਾਂ ਬੋਲਦਾ, ਸਤਿਗੁਰ ਮੇਰਾ ਸਦਾ ਬੁਲੰਤਾ, ਇਹ ਤਾਂ ਬੋਲਦਾਗਾ। ਪਰ ਜਿੱਥੇ ਅਸੀਂ ਗਏ ਆ ਉਹ ਬੋਲਦੇ ਨਹੀਂ। ਉਹਨਾਂ ਨੇ ਜਿਵੇਂ ਸਾਨੂੰ ਪੁਜਾਰੀ ਨੇ ਕਹਿ ਦਿੱਤਾ ਉਵੇਂ ਅਸੀਂ ਮੰਨ ਲਿਆ। ਪਰ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਜਾਨਵਰ, ਇਹੋ ਜਿਹਾ ਪਸ਼ੂ, ਇਹੋ ਜਿਹਾ ਪੰਛੀ, ਇਹੋ ਜਿਹਾ ਬੰਦਾ ਨਹੀਂ ਹੈ ਜਿਹਦੇ ਮੂੰਹ ਚੋਂ ਜਵਾਕ ਜੰਮਦੇ ਹੋਣ, ਜਿਹਦੇ ਪੱਟਾਂ ਚੋਂ ਜਵਾਕ ਜੰਮਦੇ ਹੋਣ, ਤੇ ਜਿਹਦੇ ਡੌਲਿਆਂ ਤੇ ਪੈਰਾਂ 'ਚ ਜਵਾਕ ਜੰਮਦੇ ਹੋਣ। ਜੇ ਹੈ ਤਾਂ ਜ਼ਰੂਰ ਦੱਸਿਓ। ਇਸ ਗੱਲ ਨੂੰ ਅੱਗੇ ਵੀ ਰਿਪੀਟ ਕਰਨਾ ਆਪਾਂ। ਤੇ ਪਰ ਇਹਨਾਂ ਨੇ ਮੰਨ ਲਿਆ। ਇਹਨਾਂ ਦੀ ਬਕਾਇਦਾ ਮਨੂ ਸਿਮਰਤੀ ਵਿੱਚ ਇਹ ਗੱਲ ਲਿਖੀ ਹੋਈ ਆ। ਕੀ ਲਿਖਿਆਗਾ? ਮਨੂ ਆਚਾਰੀਆ ਨੇ ਵੀ ਆਹ ਕੁਛ ਹੋਇਆ। ਤੇ ਚੌਥੇ ਪਾਤਸ਼ਾਹ ਕਹਿੰਦੇ ਇਸੇ ਕਰਕੇ ਸਾਡੀ ਸੁਰਤ ਦੀ ਅੱਖ ਉਹ ਬੰਦ ਹੋਈ ਪਈ ਆ, ਖੁੱਲੀ ਨਹੀਂ।
ਸੁਰਤ ਦੀ ਅੱਖ ਨਾ ਚਿਪਕ ਚੁੱਕੀ ਆ, ਉਹ ਖੁੱਲ੍ਹ ਨਹੀਂ ਰਹੇਗੀ। ਕਿਉਂ ਨਹੀਂ ਖੁੱਲ੍ਹਦੀ? ਕਿਉਂਕਿ ਅਸੀਂ ਪੱਥਰ ਦੇ ਪੁਜਾਰੀ ਹਾਂ, ਅਸੀਂ ਦੇਹ ਦੇ ਪੁਜਾਰੀ ਹਾਂ, ਅਸੀਂ ਮੂਰਤਾਂ ਦੇ, ਅਸੀਂ ਮੜੀਆਂ ਮਸਾਣਾ ਕਬਰਾਂ ਦੇ ਪੁਜਾਰੀ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਨਹੀਂ ਹਾਂ। ਦਸ਼ਮੇਸ਼ ਪਿਤਾ ਨੇ ਇਤਿਹਾਸਕ ਬਚਨ ਕਿਹਾ ਸੀ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ। ਖਾਲਸੇ ਦਾ ਗੱਲਾਂ ਤਿੰਨ ਹੀ ਨੇ, ਬਾਹਲੀਆਂ ਵੱਡੀਆਂ ਗੱਲਾਂ ਨਹੀਂ ਹੈਗੀਆਂ। ਮੇਰਾ ਜਿਹੜਾ ਸਿੱਖ ਹੂੰ ਨਾ, ਉਹ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ। ਉਹ ਮੇਰਾ ਸਿੱਖ ਨਾ ਇੱਕ ਤੋਂ ਬਿਨਾ ਦੂਜੇ ਦੀ ਸਿਆਣ ਨਹੀਂ ਕੱਢੇਗਾ। ਪਰ ਅਸੀਂ ਆਪਣੇ ਆਪ ਨੂੰ ਦੇਖ ਕੇ ਨਿਗਾਹ ਮਾਰ ਕੇ ਅਸੀਂ ਬੇਸ਼ਵਾ ਵਰਗੇ ਤਾਂ ਨਹੀਂ ਬਣ ਗਏ ਕਿਤੇ। ਹੈਰਾਨੀ ਇਸ ਗੱਲ ਦੀ ਵੀ ਆਪਾਂ ਸੰਭਲ ਗਏ, ਐਵੇਂ ਬਿਨਾਂ ਗੱਲ ਤੋਂ ਬਿਨਾਂ ਵਜ੍ਹਾ ਤੋਂ ਕਿਤੇ ਵੀ ਨਾ ਜਾਈਏ। ਆਪਣੇ ਅੰਦਰ ਥੋੜਾ ਬਹੁਤਾ ਸਿਦਕ ਰੱਖੀਏ, ਆਪਣੇ ਅੰਦਰ ਥੋੜੀ ਬਹੁਤੀ ਪਰਪੱਕਤਾ ਰੱਖੀਏ, ਆਪਣੇ ਅੰਦਰ ਥੋੜੀ ਬਹੁਤੀ ਨਾ ਸੁਹਾਗਣਾ ਵਾਲੇ ਗੁਣ ਰੱਖੀਏ। ਸੁਹਾਗਣਾ ਨਾ ਭਾਵ ਉਹਦੇ ਅੰਦਰ ਪਰਪੱਕਤਾ ਆ ਗਈ। ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕੋਈ ਇੱਦਾਂ ਉੱਦਾਂ ਲਾਲਚ ਦੇ ਕੇ ਕਿਸੇ ਪਾਸੇ ਲੈ ਜਾਊਗਾ। ਪਰ ਸਾਡਾ ਸੁਭਾਅ ਕਿਹੋ ਜਿਹਾ ਉਹ ਆਪਾਂ ਸਮਝ ਗਏ। ਤਾਈਓ ਗੁਰੂ ਨਾਨਕ ਪਾਤਸ਼ਾਹ ਨੇ ਚੌਥੇ ਰੂਪ ਚ ਕਿਹਾ ਗਾ, ਖੱਤਰੀ ਬ੍ਰਾਹਮਣ ਸੂਦ ਬੈਸ ਕੋ ਜਾਪੈ। ਇਹਨਾਂ ਨੂੰ ਜਪਣ ਦਾ ਅਧਿਕਾਰ ਨਹੀਂ ਹੈ, ਬ੍ਰਾਹਮਣ ਕਹਿੰਦਾ ਗਾ। ਕੋ ਜਾਪੈ ਹਰ ਹਰ ਮੰਤਰ ਜਤੈਨੀ। ਪਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਗੁਰਮਤਿ ਦੇ ਅਨੁਸਾਰ ਸਾਰਿਆਂ ਨੂੰ ਗਿਆਨ ਪ੍ਰਾਪਤ ਕਰਨ ਦੀ ਇਜਾਜ਼ਤ ਹੈ। ਗੁਰਮਤਿ ਦੇ ਅਨੁਸਾਰ ਗੁਰੂ ਦੀ ਕਲਾਸ ਵਿੱਚ ਬੈਠ ਕੇ, ਭਾਵੇਂ ਕੋਈ ਸ਼ੂਦਰ ਆ, ਭਾਵੇਂ ਕੋਈ ਖੱਤਰੀ ਆ ਤੇ ਭਾਵੇਂ ਕੋਈ ਵੈਸ ਆ। ਪਰ ਉਹਨਾਂ ਨੇ ਮੰਨਿਆ ਸੀ ਵੀ ਸ਼ੂਦਰ ਖੱਤਰੀ ਵੈਸ ਇਹ ਗਿਆਨ ਨਹੀਂ ਪ੍ਰਾਪਤ ਕਰ ਸਕਦੇ, ਸਕੂਲ ਨਹੀਂ ਜਾ ਸਕਦੇ, ਕਿਸੇ ਟਿਊਸ਼ਨ ਤੇ ਕਿਸੇ ਚਟਸਾਲ 'ਚ ਨਹੀਂ ਜਾ ਸਕਦੇ। ਜੇ ਜਾਣਗੇ ਬੋਲਣਗੇ ਜੀਭ ਕੱਟ ਦੋ, ਜੇ ਸੁਣਨਗੇ ਇਹਨਾਂ ਦੇ ਕੰਨਾਂ ਵਿੱਚ ਛਿੱਕਾ ਢਾਲ ਕੇ ਪਾ ਦਿਓ। ਇਹ ਮਨੂ ਸਿਮਰਤੀ ਵਿੱਚ ਲਿਖਿਆ। ਅੱਛਾ, ਹੁਣ ਸਾਡੇ ਵਾਲਿਆਂ ਨੇ ਆਪਾਂ ਵੀ ਇਧਰ ਨਿਗਾਹ ਮਾਰ ਲਈਏ, ਇਹ ਸਾਰਾ ਕੁਝ ਲਿਖ ਹੀ ਲੈਤਾ, ਸਾਨੂੰ ਵੀ ਉਸ ਚੀਜ਼ ਦਾ ਧਾਰਨੀ ਬਣਾ ਦਿੱਤਾ। ਪਹਿਲੀ ਗੱਲ ਤਾਂ ਹੁਣ ਦਾ ਹੀ ਐਲਾਨ ਹੈਗਾ, ਪਹਿਲਾਂ ਹੀ ਵੈਸੇ ਸੀਗਾ ਵੀ 8ਵੀਂ ਤੱਕ ਬੱਚੇ ਫੇਲ ਨਹੀਂ ਕਰਨੇ, ਹੁਣ 12ਵੀਂ ਤੱਕ ਕਰਤੇ, ਕਹਿੰਦੇ ਪਾਸ ਕਰੀ ਚੱਲੋ। ਜ਼ੀਰੋ ਹੋ ਗਏ ਸਾਰੇ, ਕੋਈ ਕੁਆਲਿਟੀ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਬਿਨਾਂ ਗੱਲ ਤੋਂ ਪੈਸੇ ਦਿਓ ਨੰਬਰ ਲੈ ਲਓ, ਪੈਸੇ ਦਿਓ ਸਰਟੀਫਿਕੇਟ ਲੈ ਲਓ, ਪੈਸੇ ਦਿਓ ਡਿਗਰੀਆਂ ਲੈ ਲਓ, ਕੁਛ ਨਹੀਂ ਹੈ ਪੱਲੇ। ਕੀ ਹੈ? ਆਉਂਦਾ ਧੇਲਾ ਨਹੀਂ। ਨੰਬਰ 2 ਤੇ ਪੜ੍ਹਾਈ ਆ ਜਿਹੜੀ ਉਹ ਆਪਾਂ ਨੂੰ ਪਤਾ ਹੀ ਆ ਵੀ ਸਾਲ ਡੇਢ ਸਾਲ ਤੋਂ ਲੈ ਕੇ ਬਿਲਕੁਲ 0 ਪੁਆਇੰਟ ਤੇ ਚੱਲੇਗੀ। ਠੇਕੇ ਖੁੱਲੇ ਨੇ, ਕੁੰਭ ਦੇ ਮੇਲੇ ਖੁੱਲੇ ਨੇ, ਸਾਰੇ ਮਨਮੱਤੀ ਅਨਮੱਤੀ ਗੈਰ ਕਾਨੂੰਨੀ ਥਾਂ ਖੁੱਲੀਆਂ ਨੇ, ਰੈਲੀਆਂ ਖੁੱਲੀਆਂ ਨੇ, ਸਕੂਲ ਬੰਦ ਨੇ। ਇੱਥੋਂ ਸਿੱਧ ਹੋ ਗਿਆ ਇਹ ਮਨੂ ਸਾਡੇ ਵਾਲੇ ਪੱਗਾਂ ਵਾਲੇ ਨਾ, ਆਹ ਪੱਗਾਂ ਵਾਲੇ ਇਹਨਾਂ ਨੇ ਮਨੂ ਸਿਮਰਤੀ ਦੀ ਗੱਲ ਮੰਨ ਲਈ। ਉਹਨਾਂ ਨੇ ਕੰਨਾ ਛਿੱਕਾ ਢਾਲ ਕੇ ਪਾਉਣਾ ਸੀ, ਜਵਾਨ ਕੱਟਣੀ ਸੀ। ਇਹ ਕਹਿੰਦੇ ਨਾ ਅਸੀਂ ਜਵਾਨ ਕੱਟੀਏ ਨਾ ਕੰਨਾ ਛਿੱਕਾ ਢਾਲ ਕੇ ਪਾਈਏ, ਸਾਡੇ ਕੋਲ ਤਰੀਕਾ ਹੈਗਾ ਗਾ, ਅਸੀਂ ਆਪਣੇ ਤਰੀਕੇ ਦੇ ਨਾਲ ਨਾ ਸਾਰਿਆਂ ਨੂੰ ਅਨਪੜ੍ਹ ਹੀ ਰੱਖਾਂਗੇ, ਅਸੀਂ ਆਪਣੇ ਤਰੀਕੇ ਦੇ ਨਾਲ। ਇਹਨਾਂ ਨੇ ਆਹ ਕੰਮ ਕੀਤਾ ਗਾ। ਹੁਣ ਸੋਚ ਕੇ ਦੇਖੋ, ਮਿਲਦੇ ਆ ਨਾ ਚੱਕਰ। ਹੁਣ ਇਹਨੂੰ ਕਹਿ ਸਕਦੇ ਵੀ ਉਹ ਮਨੂ ਸਿਮਰਤੀ ਵਾਲਿਆਂ ਦਾ ਖੂਨ ਨਾ ਇਹਨਾਂ ਵਿੱਚ ਮਿਕਸ ਹੋ ਗਿਆ, ਤਾਈਓ ਅੱਜ ਇਹਨਾਂ ਨੂੰ ਵੀ ਪੜ੍ਹਾਈ ਪਸੰਦ ਨਹੀਂ ਹੈ, ਇਹਨਾਂ ਨੂੰ ਗਿਆਨ ਪਸੰਦ ਨਹੀਂ ਹੈ। ਜਦੋਂ ਲੋਕ ਗਿਆਨਵਾਨ ਹੋ ਜਾਣ, ਪੜ੍ਹ ਲਿਖ ਜਾਣ, ਸਮਝ ਜਾਣ, ਉਦੋਂ ਇਹ ਆਪਣੇ ਹੱਕ ਮੰਗਦੇ ਨੇ। ਹੱਕ ਮੰਗਣਗੇ, ਲੜਾਈ ਹੋਊਗੀ, ਸਾਡੀਆਂ ਕੁਰਸੀਆਂ ਅਸੀਂ ਤਖਤਾਂ ਤਾਜਾਂ ਤੋਂ ਥੱਲੇ ਉਤਰ ਜਾਾਂਗੇ ਤੇ ਬਸ ਹੋਈਏ ਨਾ। ਤਾਂ ਇਹਨਾਂ ਨੂੰ ਹੱਕ ਮੰਗਣ ਜੋਗੇ ਆਪਾਂ ਛੱਡੀਏ ਨਾ। ਅਨਪੜ੍ਹ ਰੱਖੋ, ਨਸ਼ਾ ਫੈਲਾ ਦਿਓ, ਮਨਮੱਤੀ ਥਾਵਾਂ ਤੇ ਇਹਨਾਂ ਨੂੰ ਲੈ ਜਾਓ, ਇਹਨਾਂ ਨੂੰ ਬਿਲਕੁਲ ਡੈਡ ਕਰ ਦਿਓ, ਜ਼ੀਰੋ ਕਰ ਦਿਓ। ਪਰ ਗੁਰੂ ਸਾਹਿਬ ਨੇ ਕੀ ਕਿਹਾ? ਖੱਤਰੀ ਬ੍ਰਾਹਮਣ ਸੂਦ ਵੈਸ ਇਹਨਾਂ ਸਾਰਿਆਂ ਨੂੰ ਅਧਿਕਾਰ ਹੈ ਕਿ ਕੋ ਜਾਪੈ, ਸਾਰਿਆਂ ਨੂੰ ਜਾਪੈ, ਜਪਣ ਦਾ ਅਧਿਕਾਰ ਆ, ਗਿਆਨ ਪ੍ਰਾਪਤ ਕਰਨ ਦਾ ਅਧਿਕਾਰ ਹੈਗਾ। ਕੋ ਜਾਪੈ ਹਰ ਹਰ ਮੰਤਰ ਜਤੈਨੀ। ਮੰਤਰ ਤੋਂ ਭਾਵ ਹੈ ਗਿਆਨ। ਮੰਤਰ ਤੋਂ ਭਾਵ ਕੋਈ ਇਦਾਂ 2-4 ਅੱਖਰਾਂ ਦਾ ਨਾਮ ਨਹੀਂ ਹੈ, ਮੰਤਰ ਤੋਂ ਭਾਵ ਹੈ ਗਿਆਨ। ਇਹਨਾਂ ਸਾਰਿਆਂ ਨੂੰ ਭਾਈ ਗਿਆਨ ਲੈਣ ਦਾ ਤੇ ਗਿਆਨ ਵੰਡਣ ਦਾ ਅਧਿਕਾਰ ਹੈਗਾ। ਸੋ ਆਪਾਂ ਕੋਸ਼ਿਸ਼ ਕਰੀਏ। ਚਲੋ ਬੇਸ਼ੱਕ ਸਾਡੇ ਨਾਲ ਧੱਕਾ ਹੋ ਰਿਹਾ ਹੈਗਾ, ਘੱਟ ਗਿਣਤੀ ਆ, ਤਾਕਤਾਂ ਉਹਨਾਂ ਦੀਆਂ ਨੇ ਜਿਨ੍ਹਾਂ ਨੂੰ ਅਸੀਂ ਗੂਠੇ ਲਾ ਲਾ ਕੇ ਜਿਤਾਇਆਗਾ। ਇਹ ਸਾਡੀਆਂ ਬੇਵਕੂਫੀਆਂ ਹਜੇ ਕਿਹੜਾ ਸੀ ਹਟ ਗਏ। ਚਲੋ ਵਾਹਿਗੁਰੂ ਭਲਾ ਕਰੇ, ਪਰ ਸਾਨੂੰ ਥੋੜਾ ਸਮਝ ਕੇ ਚੱਲਣਾ ਚਾਹੀਦਾ ਵੀ ਅਸੀਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਗੁਰੂ ਦੀ ਮੱਤ ਨਾਲ ਜ਼ਰੂਰ ਜੋੜੀਏ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ। ਕੇਵਲ ਗੁਰੂ ਨੂੰ ਪੂਜਣਾ ਭਾਈ, ਹੋਰ ਨਹੀਂ ਕਿਸੇ ਨੂੰ ਪੂਜਣਾ। ਗੁਰ ਸਤਿਗੁਰ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਪਾਰ ਬ੍ਰਹਮ। ਇੱਥੇ 3 ਚੀਜ਼ਾਂ ਦਾ ਜ਼ਿਕਰ ਕੀਤਾ। ਪਹਿਲਾਂ ਗੁਰੂ,
सतगुर। गुरु गुरु ग्रंथ साहब, सतगुर सच्चा गुरु, सतगुर सच्चा गुरु ते पार ब्रह्म। जेड़ा गुरु सानू पार ब्रह्म मालक परमेश्वर दे नाल जुड़न दी तरीका दसदा ना, ढंग दसदा गा, जुगती दसदा, ओहदी गल आपां सुणीए, होर दी ना सुणीए। जिहड़ी मनु देखो ग्रंथ तां ओह भी है ना, आपां कई बार कह दिंदे आ जी सारे धर्मां दा सत्कार, सारे ग्रंथां दा सत्कार। ओह एक बाहरी तौर ते गल कहनी पैंदी है भी विवाद ना खड़ा हो जाए, विवाद ना खड़ा हो जाए। पर वो ग्रंथ च की लिखिया गा भी आ कुछ आ भाई, कोई मूँह चो जम पिया, कोई डौला चो जम पिया, कोई पट्टां चो जम पिया, कोई पैरां चो जम पिया, उहदे च लिखिया होया। तो हुण सोच के देखो, अगली गल आपां आपे बना लो इहनूं भी किवें बनूगी। अज तक किसी कीड़ी तक दिखदे अणदिखदे हाथी, कोई बेल मच्छी वर्गे वड्डे तो वड्डे जीव, उन्हां दा जन्म भी इदां नहीं होयागा। मनुख दा तां होना ही की आ, पर उन्होंने लिखता। अच्छा वो ग्रंथ आ, उन्होंने भी आपां कहा भी सत्कारयोग आ, पर किते ना किते जाके कहना पूना काहदा सत्कारयोग आ जिहदे च इन्ना गंदमंद लिखिया पिया। ते सत्कारयोग तां आही आ किहड़ा जिहनूं पूरी मनुखता दा ग्रंथ मन्निया जांदा, जिहदे च कच्ची बाणी तां है ही नहीं, ते की आ सचगुई आ, सच्ची बाणी है ना। फिर इसे करके सतगुर लिखिया। एक गल लिख के भी सर जांदा, कल्ला गुर लिख दिंदे सर जांदा, सतगुर लिख दिंदे सर जांदा, पार ब्रह्म लिख दिंदे सर जांदा। पर तिन्ने गल्लां इकट्ठियां लिखियां चौथे पातशाह ने, गुर सतगुर पार ब्रह्म। ये गुर ये सच्चा गुरु, जिवें आपां एक गल नूं दो वारी कह दिंदे ना, ये गुरु ये सच्चा गुरु पार ब्रह्म परमेश्वर परमात्मा दे नाल मिलाउंदा। भाई सुरत दी अख खोल के घट घट मैं हर जू बसै वल सानू तोरदा है। अपने जीवन विचों जात पात दा हंकार, वितकरा, भेद भाव, वड्डे छोटे दा, ऊच नीच दा, ये खत्म कर दे। फिर अगे करना गा, गुरु परमेश्वर परमात्मा नूं तैं पूजना भाई, पूजो। फिर अगे नित सेवो दिनस सब रैनी, रोज तू उन्होंने याद करना, रोज तू उन्होंने पूजना है। असी किसी मड़ी मसान कबर नूं नहीं पूजना, असी एक अकाल पुरख दे पुजारी बनना है। जे पहलां तो साडी आदत बनी हुई आ तां आपां छड्ड दईए वो आदत भाई। सब तो वड्डा काम की आ, अगली पंक्ति विच लिखिया गा, अनको उपाव चित भी है बहु तेरे। मालक जी मैं अपने जीवन दे विच अनेकां ही उपाय करके देखे, चित भी है बहु तेरे, सा होवे जे बात होवे नी। जे बात तैनूं चंगी लग जाए ना तो मेरा जीवन थोड़े दिनों च बदल सकता। पर अगे अपना भला सब कोई बच है, अपना भला सारी चाहुंदे ने, अपना भला सब कोई बच है, सो करे जे मेरे चित ना चितैनी। पर चौथे पातशाह कहते मेरे चित्त च नहीं है भी मैं अपना ही भला करा, मेरे चित्त च तां इक्को ही गल आ गई, किहड़ी जिहड़ी गुरु नानक साहब ने पहले जामे च कह दी, कर भला हो भला भले दा अंत भला। जां आपां रोज अरदास च पढ़दे आ, नानक नाम चढ़दी कला। जिहड़े मर्जी धर्म दी, जिहड़े मर्जी पीर पैगंबरां वल्लों लिखे हुए ग्रंथ दी पड़चोल करके वेख लो, किसी भी ग्रंथ दे विच, किसी भी धार्मिक किताब दे विच, बुक दे विच ना नानक नाम चढ़दी कला तेरे भाने सरबत दा भला नहीं लिखिया, किते नहीं लिखिया भी सरबत दा भला। केवल गुरु नानक साहब ने यह संदेश सानू दिता ते अगे मन्निया भी आ। पहले तो दूजे तीजे चौथे पंजवें पातशाह इदां मानदे मानदे साडे तक वो गल पहुँच गई भी असीं भी आपां कहने आ नहीं भाई सारियां दे भला मंगना चाहिदा, जे बोले आ तां मंगना चाहिदा भी आ। इत्थे चौथे पातशाह कहंदे फिर मेरे मन दे विच ना, मेरे दिमाग दे विच ये ख्याल नहीं आया भी लोग आपो अपना भला मंगी जांदे, मैं भी अपनी मंगना छड्ड खड़ा दूजिआं दा। नहीं, मेरे अंदर तां यही ख्याल आया सब दा भला होवे। जिहने सब दा भला मंगण दे लई अपने अंदरों 100% हाँ कही है ना, अज सच्ची गल आ, वो चौथे पातशाह हरमंदर साहब दे विच बैठ के ना सब दा ही भला मंगी जांदा, किसी दा बुरा तां मंगदा ही नहींगा। असीं उहदे सिखां, असीं उहदे गुरु दे पुत्तर आ, असीं उहदे स्टूडेंटां विद्यार्थी आ, ते साडा भी सुभाਅ इदां ही बन जावे। फिर पातशाह जी कहंदे सुभाਅ तां बन जूगा पर है औखा। नाले भी गल दस दित्ती है औखा भाई, ये सौखा काम नहीं है। अगली पंक्ति च लिखा गा, मन की मत त्यागो हर जन,
ਆਪਣੇ ਮਨ ਦੀ ਮੱਤ ਜਿਹੜੀ ਸਾਡੀ ਆਦਤ ਆ, ਜਿਹੜਾ ਸਾਡਾ ਰੋਜ਼ ਦਾ ਸੁਭਾਗ ਆ, ਕੁਛ ਵੀ ਤਰ੍ਹਾਂ ਦਾ ਹੋ, ਚਾਹੇ ਮਨ ਮੱਤ ਨਾਲ ਜੁੜੇ ਹੋਏ ਆ, ਮੜੀਆਂ ਮਸਾਣਾ ਕਵਰਾਂ ਨਾਲ ਜੁੜੇ ਹੋਏ ਆ, ਚਾਹੇ ਆਪਣਾ ਭਲਾ ਮੰਗਣ ਦੇ ਨਾਲ ਜੁੜੇ ਹੋਏ ਆ, ਦੂਜਿਆਂ ਦਾ ਨਹੀਂ ਆਪਣਾ, ਚਾਹੇ ਅਸੀਂ ਨਸ਼ਿਆਂ ਦੇ ਨਾਲ ਜੁੜੇ ਹੋਏ ਆ, ਤੇ ਚਾਹੇ ਅਸੀਂ ਗਲਤ ਬੋਲਾਂ ਦੇ ਨਾਲ ਜੁੜੇ ਹੋਏ ਆ, ਚਾਹੇ ਅਸੀਂ ਗਲਤ ਸੁਣ ਰਹੇ ਆ, ਕੁਝ ਵੀ ਕਰ ਰਹੇ ਆ, ਜੋ ਸਾਡੀ ਰੋਜ਼ ਦੀ ਆਦਤ ਆ। ਗੁਰੂ ਤਾਂ ਆਦਤ ਬਦਲ ਦਿੰਦਾ ਗਾ। ਗੁਰੂ ਤਾਂ ਕੁਲ ਨਾਸ਼, ਧਰਮ ਨਾਸ਼, ਕਰਮ ਨਾਸ਼, ਭਰਮ ਨਾਸ਼, ਇਹ ਸਾਡਾ ਸਾਰਾ ਕੁਝ ਕੱਟ ਦਿੰਦਾ ਗਾ, ਪਰ ਅਸੀਂ ਆਪਣੇ ਆਪ ਨਹੀਂ ਕੱਟ ਸਕਦੇ ਨਾ। ਗੁਰੂ ਤੋਂ ਮੱਤ ਲੈ ਕੇ ਤਾਂ ਕੱਟੀ ਜਾ ਸਕਦੀ ਆ, ਪਰ ਆਪਣੇ ਆਪ ਨਹੀਂ ਕੱਟੀ ਜਾਂਦੀ। ਗੁਰੂ ਨਾਨਕ ਪਾਤਸ਼ਾਹ ਚੌਥੇ ਜੀਵਨ ਵਿੱਚ ਕਹਿੰਦੇ ਨਾ, ਕਹਿੰਦੇ ਸਾਰਿਆਂ ਨਾਲੋਂ ਔਖਾ ਕੰਮ ਆਹੀ ਆ, ਆਪਣੇ ਮਨ ਦੀ ਮੱਤ ਨੂੰ ਛੱਡਣਾ ਤੇ ਗੁਰੂ ਦੀ ਮੱਤ ਧਾਰਨ ਕਰਨੀ। ਇਹ ਸਾਰਿਆਂ ਨੂੰ ਕੰਮ ਔਖਾ ਗਾ। ਅੰਗ ਨੰਬਰ ਗੁਰੂ ਪਾਤਸ਼ਾਹ ਜੀ ਨੇ ਨੋਟ ਕਰਾਓ, ਆਪਾਂ ਸਾਰੇ ਨੇ 800 ਤੇ ਲਿਖਿਆ ਗਾ। ਬਲਾਵਲ ਰਾਗ ਦੇ ਵਿੱਚ 4 ਨੰਬਰ ਇਹ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਗਾ। ਪਾਤਸ਼ਾਹ ਕਹਿੰਦੇ ਕਿ ਨੇ ਮਨ ਕੀ ਮਤ ਤਿਆਗੋ ਹਰ ਜਨ, ਹਰੀ ਦੇ ਜਨੋ ਮਨ ਦੀ ਮਤ ਤਿਆਗ ਦੇਵੋ। ਫਿਰ ਅੱਗੇ ਆਪ ਹੀ ਪਾਤਸ਼ਾਹ ਲਿਖਦੇ ਨੇ, ਕਹਿੰਦੇ ਇਹਾ ਬਾਤ ਕਠਿਨੀ, ਇਹ ਬਾਤ ਸਭ ਤੋਂ ਔਖੀ ਹੈ। ਕਠਿਨੀ ਤੋਂ ਭਾਵ ਕਠਨ, ਕਠਨ ਤੋਂ ਭਾਵ ਔਖਾ। ਆਪਣੇ ਮਨ ਦੀ ਮੱਤ ਤਿਆਗਣੀ ਭਾਈ ਸਭ ਤੋਂ ਵੱਧ ਔਖੀ ਹੈ। ਫਿਰ ਪਾਤਸ਼ਾਹ ਲਿਖਦੇ ਨੇ ਅੰਦਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਇਹ ਮਨ ਦੀ ਮੱਤ ਕੱਟਣ ਦੇ ਲਈ ਨਾ ਤੈਨੂੰ ਦਿਨ ਰਾਤ ਇੱਕ ਕਰਨੀ ਪਊ। ਜਿਵੇਂ ਹੁਣ ਆਪਾਂ ਕਰ ਰਹੇ ਨਾ, ਹਾੜੀ ਦਾ ਵਕਤ ਹੈਗਾ, ਸਾਰੇ ਕਾਮੇ ਵੀਰ ਦਿਨ ਰਾਤ ਆਪਾਂ ਕਹਿੰਦੇ ਇੱਕ ਕਰ ਦੋ ਭਾਈ, ਫਿਰ 4 ਮਣ ਦਾਣੇ ਇਕੱਠੇ ਹੋਣਗੇ। ਜੇ ਕੁਛ ਇਕੱਠਾ ਕਰਨਾ ਆਪਣੀ ਜ਼ਿੰਦਗੀ 'ਚ ਤਾਂ ਦਿਨ ਰਾਤ ਇੱਕ ਕਰਨੀ ਪਊਗੀ। ਜੇ ਕੁਛ ਇਕੱਠਾ ਕਰਨਾ, ਦਿਨ ਰਾਤ ਜਪੈਨੀ, ਦਿਨ ਰਾਤ ਉਹ ਵਾਹਿਗੁਰੂ ਪਰਮੇਸ਼ਰ ਨਾਲ ਜੁੜ ਕੇ ਫਿਰ ਆਪਣੀ ਮਨ ਦੀ ਮੱਤ ਕੱਟੀ ਜਾ ਸਕਦੀ ਹੈ। ਮੱਤ ਸੁਮੱਤ ਤੇਰੇ ਬਸ ਸੁਆਮੀ, ਮੱਤ ਵੀ ਸੁਮੱਤ ਵੀ ਤੇਰੇ ਬਸ ਵਿੱਚ ਹੈ। ਮੱਤ ਸੁਮੱਤ ਤੇਰੇ ਬਸ ਸੁਆਮੀ, ਹਮ ਜੰਤ ਤੂੰ ਪੁਰਖ ਜਿਤੈਨੀ। ਅਸੀਂ ਤਾਂ ਨਿੱਕੇ ਜਿਹੇ ਜੀਵ ਆ, ਤੂੰ ਬਹੁਤ ਵੱਡਾ ਹੈ, ਤੂੰ ਬਖਸ਼ਿਸ਼ ਕਰ। ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਹੁਣ ਜਿਵੇਂ ਤੂੰ ਬੁਲਾਵੇਂਗਾ ਉਵੇਂ ਮੈਂ ਬੋਲਾਂਗਾ, ਜਿਉਂ ਬੁਲਾਵਹੀਂ ਤਿਉਂ ਬੋਲਾਂ ਸੁਆਮੀ। ਕੁਦਰਤ ਕਬਣ ਹਮਾਰੀ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਮੈਨੂੰ ਚੰਗਾ ਲੱਗਦਾ। ਤੇਰੇ ਸੁਭਾਅ ਮੁਤਾਬਕ ਮੇਰਾ ਸੁਭਾਅ ਹੋ ਗਿਆ। ਹੁਣ ਮੈਂ ਖੱਤਰੀ ਬ੍ਰਾਹਮਣ ਸੂਦ ਵੈਸ ਇਸ ਚੱਕਰ ਵਿੱਚ ਨਹੀਂ ਉਲਝਾਂਗਾ। ਮੈਂ ਆਪਣੀ ਸੁਰਤ ਦੀ ਅੱਖ ਖੋਲਾਂਗਾ। ਮੈਂ ਹੀ ਨਹੀਂ ਮੰਨਾਂਗਾ ਵੀ ਕੌਣ ਪੈਰਾਂ 'ਚੋਂ ਜੰਮਿਆ, ਕੌਣ ਪੱਟਾਂ 'ਚੋਂ ਜੰਮਿਆ, ਕੌਣ ਵਾਹਾਂ 'ਚੋਂ ਜੰਮਿਆ, ਕੌਣ ਮੂੰਹ 'ਚੋਂ ਜੰਮਿਆ। ਇਹ ਜੋ ਕਹਿੰਦੇ ਨੇ ਕਹੀ ਜਾਣ, ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੋਵਾਂਗਾ। ਪਰ ਮਾਫ ਕਰਨਾ, ਉਹ ਲਾਸਟ ਵਿੱਚ ਫਿਰ ਮੈਂ ਗੱਲ ਕਹਾਂਗਾ, ਅਸੀਂ ਸਹਿਮਤੀ ਦੇਤੀ, ਸਾਡੀ ਸਹਿਮਤੀ ਦਿੱਤੀ ਵੀ ਆ। ਚਾਹੇ ਕਿਸੇ ਨੇ ਲੁਕ ਕੇ ਸਹਿਮਤੀ ਦੇਤੀ, ਮੂਰੇ ਕੱਪੜਾ ਪਾ ਕੇ ਨਾ ਸਹਿਮਤੀ ਦੇਤੀ ਵੀ ਚਲ ਕੋਈ ਨਾ ਕੋਈ ਦੇਖ ਨਾ ਲਵੇ। ਆਪਾਂ ਸਾਰੇ ਇਦਾਂ ਕਰਦੇ, ਕੋਈ ਨਾ ਪੜਦਾ ਜਾਂ ਪਾ ਲਓ, ਫਿਰ ਕੀ ਹੁੰਦਾਗਾ। ਵੇਲੇ ਕਵੇਲੇ ਜਾਇਓ ਤਾਂ ਕੀ ਹੁੰਦਾਗਾ, ਦਿਨੇ ਤਾਂ ਚਲੋ ਦੇਖ ਲਓ ਕੋਈ। ਪਰ ਨਹੀਂ, ਕਿਸੇ ਨੇ ਆਜ਼ਾਦ ਸਹਿਮਤੀ ਦਿੱਤੀ, ਸਾਰਿਆਂ ਨੇ ਸਹਿਮਤੀ ਦਿੱਤੀ। ਵਿਰਲੇ ਨੇ ਜਿਨ੍ਹਾਂ ਨੇ ਸਹਿਮਤੀ ਨਹੀਂ ਦਿੱਤੀ। ਤੇ ਆਪਾਂ ਕੀ ਕਰਨਾ, ਆਪਾਂ ਅਣਸਹਿਮਤ ਹੋਣਾਗਾ, ਸਹਿਮਤੀ ਨਹੀਂ ਦੇਣੀ। ਜਿੱਥੇ ਸਹਿਮਤੀ ਦੇਣੀ ਆ ਉੱਥੇ ਸਹਿਮਤੀ ਦਿਓ, ਉੱਥੇ ਸਹਿਮਤੀ ਪੱਤਰ ਲਿਖ ਕੇ ਦੇ ਦਿਓ, ਕੰਸਲਟ ਲੈਟਰ ਉੱਥੇ ਲਿਖ ਕੇ ਦਿਓ ਆਪਾਂ ਵੀ ਅਸੀਂ ਤੇਰੇ ਨਾਲ ਸਹਿਮਤ ਹਾਂ, ਅਸੀਂ ਹੋਰ ਕਿਸੇ ਨਾਲ ਸਹਿਮਤ ਨਹੀਂ ਹਾਂ। ਸੋ ਇੱਥੋਂ ਤੱਕ ਵਿਚਾਰ ਸਮਾਪਤ। ਭੁੱਲਾਂ ਦੀ ਖਿਮਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।